अस्सलाम वालेकुम। वालेकुम सलाम। बाबा जी की हाल है? अल्लाह का शुक्र है। खैर खरीत सेहत ठीक है? अल्लाह का एहसान। इस वक्त असी किथे बैठे हैं? 399 शर्की, अच्छा माशाल्लाह। एदी तहसील दुनियापुर, जिला लोधरा। अच्छा ये तो हो गया इत्थे दा पिंड हाँ, ते पिछले पिंड दा दसो जी भी केड़ा ਉਹਦਾ सी? ਨਾਂ ਸੀ ਮੁੱਤੋਂ। अच्छा मुत्तों। ਮੁੱਤੋਂ, ठीक है। तहसील गढ़शंकर, अच्छा जिला हुशियारपुर। अच्छा हाँ, ਹੁਸ਼ਿਆਰਪੁਰ ਦੀਆਂ 3 ਤਹਿਸੀਲਾਂ ਸੀ। अच्छा ਜ਼ਿਲ੍ਹਾ ਤਹਿਸੀਲ ਵੀ ਹੁੰਦੀ जी ਹੈ। जी जी ਇੱਕ ਗੜਸ਼ੰਕਰ, ਅਸੀਂ ਗੜਸ਼ੰਕਰ ਦੇ। जी जी ਇੱਕ ਸੀ ਦਸੂਹਾ, जी जी ਤਹਿਸੀਲ ਦਸੂਹਾ। अच्छा फिर किदा ਤੁਹਾਨੂੰ ਪਤਾ ਲੱਗਿਆ ਜੀ ਵੀ ਇੱਥੋਂ ਜਾਣਾ ਪੈਣਾ? ਇਹ ਕਿਦਾਂ ਤੁਹਾਡੇ ਕੋਲ ਪੈਗਾਮ ਆਇਆ? ਬਸ ਪੈਗਾਮ ਇਸ ਤਰ੍ਹਾਂ ਆਇਆ ਵੀ ਸਿੱਖਾਂ ਨੇ ਸਾਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਵੀ ਅੱਛਾ। ਨਿਕਲ ਜਾਓ, ਚਲੇ ਅੱਛਾ। ਜਾਓ ਇੱਥੋਂ। अच्छा ਹਾਂ, ਹਿੰਦੂ ਡਰਪੋਕ ਕੌਮ ਆ, ਸਿੱਖ ਇਹਨਾਂ 'ਚ ਬਹਾਦਰ ਹੋ। अच्छा ਹਾਂ, ਸਿੱਖ ਨੂੰ ਇਹਨਾਂ ਨੇ ਨਾਲ ਰਲਾਇਆ ਹਿੰਦੂਆਂ ਨੇ ਵੀ ਅਗਰ ਅਸੀਂ ਹੋਏ ਤਾਂ ਸਾਨੂੰ ਮੁਸਲਮਾਨਾਂ ਨੇ ਦਬਾ ਲੈਣਾ। अच्छा ਸਿੱਖਾਂ ਨੂੰ ਨਾਲ ਮਿਲਾ ਲਿਆ ਵੀ ਤੁਹਾਡੇ ਜਿਹੜੇ ਸਰਦਾਰ ਹੋ ਅਸੀਂ ਉਹਨਾਂ ਦੇ ਵਜ਼ੀਫੇ ਮੁਕਰਰ ਕਰਾਂਗੇ, ਉਹਨਾਂ ਨੂੰ ਜਾਗੀਰਾਂ ਦੇਵਾਂਗੇ ਤੇ ਅੱਛਾ। ਤੁਸੀਂ ਸਾਡਾ ਸਾਥ ਦਿਓ। अच्छा ਕੈਦ ਆਜ਼ਮ ਨੇ ਵੀ ਸਿੱਖਾਂ ਨੂੰ ਕਿਹਾ ਸੀ अच्छा ਤੇ ਕੈਦ ਆਜ਼ਮ ਇਹਨਾਂ ਦਾ ਸਿੱਖਾਂ ਦਾ ਸਰਦਾਰ ਸੀ ਮਾਸਟਰ ਤਾਰਾ ਸਿੰਘ। अच्छा ਉਹਦੇ ਮਗਰ ਸੀ ਇਹ ਮਾਸਟਰ ਤਾਰਾ ਸਿੰਘ ਨੇ ਕੈਦ ਆਜ਼ਮ ਦੀ ਗੱਲ ਨਹੀਂ ਮੰਨੀ। अच्छा ਉਹਨਾਂ ਦੀ ਹਿੰਦੂਆਂ ਨੇ ਮੰਗੀ। हाँ जी ਹਿੰਦੂਆਂ ਦੀ ਇਸ ਵਾਸਤੇ ਮੰਨੀ ਕਿ ਉਹਨਾਂ ਨੇ ਸਬਜ਼ ਬਾਗ ਦਿਖਾਏ, हाँ जी हाँ जी ਇਹ ਕਰਾਂਗੇ ਉਹ ਕਰਾਂਗੇ। ਕੈਦ ਆਜ਼ਮ ਨੇ ਸੱਚੀ ਗੱਲ ਕੀਤੀ जी जी ਵੀ ਤੁਹਾਨੂੰ ਮੈਂ ਮੇਰਾ ਸਾਥ ਦਿਓ, ਮੈਂ ਤੁਹਾਨੂੰ ਤੁਹਾਡਾ ਜ਼ਿਲ੍ਹਾ ਜਿਹੜੇ 3 ਹੋਣ ਖਾਲਿਸਤਾਨ हाँ जी ਉਹ ਤੁਹਾਨੂੰ ਬਣਾ ਕੇ ਦੇ ਦੂੰਗਾ। ਤੁਹਾਡਾ ਅੱਛਾ। ਘਰ ਹੈ जी ਅੰਮ੍ਰਿਤਸਰ, ਜੀ। ਜਿਹਦੇ ਨਾਲ 2 ਜ਼ਿਲ੍ਹੇ ਹੋਰ ਵੀ ਦੇ ਦੂੰਗਾ। अच्छा ਲੇਕਿਨ ਹਿੰਦੂਆਂ ਨੇ ਸਬਜ਼ ਬਾਗ ਦਿਖਾਏ। ਕਹਿੰਦੇ ਅੱਛਾ। ਆਜ਼ਮ ਨੇ ਸੱਚੀ ਗੱਲ ਕੀਤੀ। ਆਪਣੇ ਪਿੰਡ ਦੇ ਵਿੱਚ ਵੀ ਕੋਈ ਸਿੱਖ ਸੀਗੇ? ਹਾਂ, ਸਿੱਖ ਜ਼ਿਆਦਾ ਸੀ ਜਾਂ ਮੁਸਲਮਾਨ ਜ਼ਿਆਦਾ ਮੁਸਲਮਾਨਾਂ ਦੀ ਆਬਾਦੀ ਬਹੁਤ ਸੀ। ਜ਼ਿਆਦਾ ਸੀ? ਹਾਂ, ਸਿੱਖ ਅੱਛਾ। ਥੋੜੇ, ਹਿੰਦੂਆਂ ਦੀ। ਕਿਸੇ ਨੰਬਰਦਾਰ ਦਾ ਨਾਮ ਯਾਦ ਹੋਵੇ? ਖਾਨ ਮੁਹੰਮਦ ਖਾਨ ਸਾਡੇ ਮੁਹੰਮਦ। ਪਿੰਡ 'ਚ 3 ਨੰਬਰਦਾਰ ਸੀ। अच्छा ਖਾਨ ਮੁਹੰਮਦ, जी ਇਬਰਾਹੀਮ, अच्छा ਉਮਰਦੀਨ। अच्छा माशाल्लाह। अच्छा फिर ये सिखा ने हमले शुरू कर दिते? ਫਿਰ ਅਸੀਂ ਘਰੋਂ ਨਿਕਲੇ, ਨਿਕਲੋ ਇੱਥੋਂ ਨਿਕਲੋ। अच्छा ਅਸੀਂ ਖੇਤੀਬਾੜੀ ਨਸੋ ਕਰਦੇ ਘਰ। ਜਿਹੜੇ ਲੋਕ ਖੇਤੀਬਾੜੀ ਕਰਦੇ ਸੀ ਉਹਨਾਂ ਨੇ ਆਪਣਾ ਸਾਰਾ ਸਮਾਨ जी ਚੰਗਾ जी ਗੱਡਿਆਂ ਤੇ ਲੱਦ ਲਿਆ। अच्छा ਅਸੀਂ ਖੇਤੀਬਾੜੀ ਕਰਦੇ ਨਸੋ, ਸਾਡੇ ਕੋਲ ਬਹੁਤ ਗੱਡਾ ਹੈ ਹੀ ਨਸੋ। अच्छा ਹਾਂ, ਫੁੱਫੀ ਹੁੰਦੀ ਸੀ ਮੇਰੀ, अच्छा ਉਹਨਾਂ ਦੇ ਬਹੁਤ ਬੜੇ ਖਬਰਦਾਰ ਸੀ। जी ਫੁੱਫੜ ਮੇਰਾ ਫੁੱਫਾ, ਉਹਦਾ ਨਾਂ ਰਹੀਮ ਬਖਸ਼ ਸੀ। अच्छा ਉਹ ਉੱਥੇ ਸਾਡੇ ਕੋਲ ਆਇਆ। ਉਹਨੇ ਕਿਹਾ ਵੀ ਤੁਸੀਂ, ਤੁਹਾਡਾ ਬਹੁਤ ਗੱਡਾ ਤਾਂ ਹੈ ਨਹੀਂ जी ਤੇ जी ਤੁਸੀਂ ਜ਼ਿਆਦਾ ਸਮਾਨ ਨਹੀਂ, ਆਪਣੀਆਂ ਰਜ਼ਾਈਆਂ, ਬਿਸਤਰੇ जी जी ਬਸ ਰੱਖ ਲਓ। ਦਾਣੀਆਂ ਸੀ ਤੁਹਾਡੇ ਲਈ ਵੀ ਆਪਣੇ ਲਈ ਵੀ, ਜਿਹੜੇ ਰਸਤੇ 'ਚ ਖਾਣੇ ਆਟਾ ਉਹ ਅਸੀਂ ਰੱਖ ਲਿਆ। अच्छा ਤੁਸੀਂ ਆਪਣੇ ਕੱਪੜੇ ਲੈ ਲਓ ਜ਼ਰੂਰੀ ਪਾਣੇ ਅੱਛਾ। ਵਾਲੇ, हाँ हाँ 2-4 ਸੂਟ, ਜ਼ਿਆਦਾ ਨਹੀਂ, ਜੀ। ਤੇ ਰਜ਼ਾਈਆਂ ਸਿਆਲ ਜੀ। ਮੌਸਮ ਦੀ। हाँ जी हाँ जी ਬਸ ਇਹ ਅਸੀਂ ਚੱਕਿਆ। ਬਾਕੀ ਸਭ ਘਰ ਭਰਿਆ ਭਰਾਇਆ, ਬਾਓ ਦਾਦਾ ਬਾਪ ਦਾਦੇ ਪੜਦਾਦੇ ਸਾਰੇ ਉੱਥੇ ਹੀ ਸੀ। ਉਹ ਅੱਛਾ। ਸਾਰੇ ਘਰ ਉਹਨਾਂ ਨੂੰ ਸੰਭਾਲਿਆ ਉਹਦੇ। अच्छा ਤੇ ਫਿਰ ਪਹਿਲਾਂ ਅਸੀਂ ਜਿਵੇਂ ਹੁਣ ਅਸੀਂ ਇੱਥੋਂ ਉੱਠੀਏ, ਸਾਨੂੰ ਠਾਲ ਦੇਣਾ ਸੀ, जी ਸਕੂਲ 'ਚ ਪੜਾਉ ਲਾ ਲਈ जी जी ਗਰਾਊਂਡ। हाँ जी हाँ जी ਇਸੇ ਤਰ੍ਹਾਂ ਅਸੀਂ ਉੱਥੇ ਇੱਕ ਗਰਾਊਂਡ ਜਿਹਾ ਸੀ ਚਰਾਗਾ, अच्छा ਉੱਥੇ ਅਸੀਂ ਪੜਾਉ ਲਾਇਆ ਰਾਤ ਦਾ। अच्छा ਅਸੀਂ ਉੱਥੇ ਰਹੇ 3 ਰਾਤਾਂ। अच्छा ਫਿਰ ਹੁਕਮ ਹੋਇਆ ਚਲੋ ਬਈ ਕੂਚ ਕਰੋ। जी जी ਫਿਰ ਪਹਿਲਾ ਪੜਾਅ ਸਾਡਾ ਲੱਗਿਆ 10-12 ਮੀਲ ਤੇ ਸੀ ਰਾਹੋਂ। अच्छा ਉੱਥੇ ਲੱਗਿਆ राहू पिंड सी? ਰਾਹੋਂ। ਹਾਂ, ਚੰਗਾ ਕਸਬਾ ਸੀ ਉੱਥੇ। अच्छा ਚੌਧਰੀ ਸੀ, ਚੌਧਰੀ ਅਬਦੁਲ ਰਹਿਮਾਨ, अच्छा ਬੜਾ ਜ਼ਿਮੀਦਾਰ ਸੀ। जी ਉਹਦੇ ਉਸ ਵੇਲੇ ਮੈਂ ਦੇਖੇ ਆ ਟਿਊਬਵੈਲ, ਉੱਥੇ ਉਹਦੀ ਜ਼ਮੀਨ 'ਤੇ ਅਸੀਂ ਪੜਾਅ ਕੀਤਾ। अच्छा ਉਹਦੇ ਟਿਊਬਵੈਲ ਸੀ, ਪੱਕੇ ਜੀ। ਖਾਲੇ ਸੀ, ਬਾਗ ਸੀ। जी जी ਲੇਕਿਨ ਉਹਦੇ ਨਾਲ ਨਾ ਇਨਸਾਫੀ ਇੱਦਾਂ ਹੋਈ जी ਕਿ ਉੱਥੇ ਸੰਨ 46 'ਚ ਵੋਟਾਂ ਪਈਆਂ ਸੀ ਮੁਸਲਿਮ ਲੀਗ ਦੀਆਂ ਤੇ ਕਾਂਗਰਸ ਦੀਆਂ। अच्छा ਉਹਨੇ ਕਿਹਾ ਵੀ ਮੁਸਲਿਮ ਕਈ ਜਮਾਤਾਂ ਬਣੀਆਂ ਤੇ ਮਿੱਠੀਆਂ, ਕਾਂਗਰਸ ਹੈ ਪੱਕੀ ਜਮਾਤ, जी जी ਤੇ ਕਾਂਗਰਸ ਨੂੰ ਵੋਟ ਪਾਈ। अच्छा ਉਹਨੇ ਆਪਣੇ ਦਿਲ 'ਚ ਖਿਆਲ हाँ ਕੀਤਾ। हाँ ਤੇ ਜਿਹੜੇ ਬੜੇ ਆਦਮੀ ਸੀ
ਮੁਸਲਿਮ ਲੀਗ ਨੇ ਆਪਣੇ CID ਦੇ ਬੰਦੇ ਛੱਡੇ ਸੀ ਵੀ ਦੇਖੋ ਇਹਨਾਂ ਨੂੰ ਵੋਟ ਪਾਉਂਦੇ ਕਿੱਥੇ ਆ। ਅੱਛਾ ਉਹਨੇ ਵੋਟ ਪਾਇਆ ਕਾਂਗਰਸ ਨੂੰ। ਅੱਛਾ ਉਹਦੀ ਉਹ ਖਬਰ ਪਹੁੰਚ ਗਈ ਵੀ ਇਹਨੇ ਮੁਸਲਿਮ ਲੀਗ ਨੂੰ ਵੋਟ ਨਹੀਂ ਦਿੱਤਾ। ਹਾਂ ਹਾਂ ਉਹ ਫਿਰ ਪਾਰਟੀਸ਼ਨ ਹੋ ਗਈ। ਜੀ ਜੀ ਇੱਧਰ ਆ ਕੇ ਇੱਕ ਮਰਲਾ ਜ਼ਮੀਨ ਨਹੀਂ ਪਈ, ਸਿਰਫ ਇਸ ਥੇ ਵੀ ਇਹਨੇ ਕਾਂਗਰਸ ਨੂੰ ਵੋਟ ਦਿੱਤਾ। ਹੁਣ ਇੱਥੇ ਉਹ ਕਿੱਥੇ ਬੈਠਾ ਆ ਕੇ? ਮਰ ਗਿਆ ਤੀਸਰੇ ਗਮ ਕੇ ਮਰ ਗਿਆ 6 ਮਹੀਨੇ ਬਾਅਦ। ਅੱਛਾ ਉੱਧਰ ਗੁਜਰਾਤ ਗਿਆ, ਹਾਂ ਹਾਂ ਇੱਧਰ ਵੀ ਆਇਆ ਬਹਾਵਲ, ਕਿਸੇ ਜ਼ਮੀਨ ਦਾ ਇੱਕ ਟੁਕੜਾ ਨਹੀਂ ਪਿਆ। ਅੱਛਾ ਜਿਵੇਂ ਟੂਵੈਲ ਸੀ, ਬਾਗ ਜੀ, ਲੱਗੇ ਜੀ। ਸੀ, ਉਹ ਮੈਂ ਦੇਖੇ ਆ। ਅੱਛਾ ਤੇ ਉਹ ਕੋਈ ਸ਼ੈ ਨਾ ਬਣੀ। ਇਸੇ ਬਿਨਾਂ ਤੇ ਬਿਨੇ ਜਿਹੜਾ ਵੋਟ ਉਹ ਮੁਸਲਿਮ ਲੀਗ ਨੂੰ ਨਹੀਂ ਦਿੱਤਾ। ਉੱਥੇ ਆਪਣੇ ਪਿੰਡ ਦੇ ਵਿੱਚ ਸਕੂਲ ਸੀਗਾ? ਪ੍ਰਾਇਮਰੀ। ਅੱਛਾ ਮੈਂ ਪ੍ਰਾਇਮਰੀ ਸਕੂਲ ਪਿੰਡ 'ਚ ਪਾਸ ਕੀਤੀ ਆ। ਅੱਛਾ ਫਿਰ ਜਿਵੇਂ ਇੱਥੋਂ ਬਸਤੀ ਮਲੂਕ ਹੀ ਲਾ ਲਓ, ਹਾਂਜੀ ਉੱਥੇ ਹਾਂਜੀ ਹਿੰਦੂਆਂ ਦਾ ਸਕੂਲ ਸੀ ਅੱਛਾ ਕਾਠਗੜ੍ਹ। ਅੱਛਾ DAV ਉਹ ਪ੍ਰਾਈਵੇਟ ਸਕੂਲ ਸੀ। ਜੀ ਜੀ DAV ਹਾਈ ਸਕੂਲ ਕਾਠਗੜ੍ਹ। ਅੱਛਾ DAV ਦਾ ਮਤਲਬ ਬਣਦਾ ਜੀ ਦਇਆਨੰਦ ਐਂਗਲੋ ਵਰਨੈਕੂਲਰ ਹਾਈ ਸਕੂਲ। ਅੱਛਾ ਮਾਸ਼ਾਅੱਲਾ DAV ਜੀ ਜੀ ਹਿੰਦੂਆਂ ਦਾ ਸੀ ਨਾ। ਹਾਂਜੀ ਹੈਡਮਾਸਟਰ ਸੀ ਗੁਰੂ ਅਰਜਨ ਦਾਸ। ਅੱਛਾ ਜਿਹੜਾ ਸਾਨੂੰ ਅੰਗਰੇਜ਼ੀ ਪੜ੍ਹਾਉਂਦਾ ਸੀ ਉਹ ਸੀ ਪੰਡਤ ਭਗਵਾਨ ਦਾਸ। ਅੱਛਾ ਸਾਰੇ ਹੀ ਹਿੰਦੂ ਟੀਚਰ ਸੀ, ਅੱਛਾ ਇੱਕ ਮੁਸਲਮਾਨ ਟੀਚਰ ਸੀ ਕਿ ਉਹ ਅਸੀਂ ਹਿੰਦੀ ਤਾਂ ਪੜ੍ਹਨੀ ਨਾ ਸੀ। ਹਾਂਜੀ ਮੁਸਲਮਾਨਾਂ ਨੇ ਅਗਰ ਉਹ ਫਾਰਸੀ ਵਾਲਾ ਜਾਂ ਅਰਬੀ ਵਾਲਾ ਟੀਚਰ ਨਾ ਰੱਖਦੇ ਤਾਂ ਸਕੂਲ ਅੱਧਾ ਖਾਲੀ ਹੁੰਦਾ ਸੀ। ਅੱਛਾ ਮੁਸਲਮਾਨ ਅੱਧੇ ਸੀ ਤੇ ਹਿੰਦੂ ਸੀ। ਹਾਂਜੀ ਹਾਂਜੀ ਉਹਨਾਂ ਨੂੰ ਫਿਰ ਇੱਕ ਟੀਚਰ ਰੱਖਣਾ ਪਿਆ ਜਿਹੜਾ ਸਾਨੂੰ ਮਾਸਟਰ ਸੁਲੇਮਾਨ ਦਾ ਨਾਮ ਸੀ। ਅੱਛਾ ਉਹ ਸਾਨੂੰ ਪੜ੍ਹਾਉਂਦਾ ਸੀ ਫਾਰਸੀ। ਅੱਛਾ ਅਰਬੀ ਵੀ ਪੜ੍ਹ ਲੈਂਦਾ ਸੀ, ਜਿਹੜੇ ਅਰਬੀ ਪੜ੍ਹਦੇ ਮੈਂ ਫਾਰਸੀ ਪੜ੍ਹਦਾ। ਅੱਛਾ ਤੇ ਉੱਥੇ ਅਸੀਂ ਪੜ੍ਹੀ ਆ ਪੰਜਵੀਂ ਹਾਈ ਸਕੂਲ। 4 ਜਮਾਤਾਂ ਸੀ ਪ੍ਰਾਇਮਰੀ। ਜੀ ਜੀ ਉਹ ਸਾਡੇ ਪਿੰਡ ਦੇ ਵਿੱਚੋਂ ਸੀ ਮੁੱਤੋਂ। ਜੀ ਜੀ ਪੰਜਵੀਂ ਕਾਠਗੜ੍ਹ ਪੜ੍ਹੀ। ਪੰਜਵੀਂ ਕਾਠਗੜ੍ਹ ਸਕੂਲ ਦਾ ਨਾਮ ਕੀ ਸੀ? DAV ਤੁਹਾਨੂੰ ਦੱਸਿਆ ਨਹੀਂ ਪੰਜਵੀਂ ਤੱਕ ਜਿਹੜਾ ਮੁੱਤੋਂ ਦੇ 4 ਜਮਾਤਾਂ ਦੀ ਪ੍ਰਾਇਮਰੀ। ਅੱਛਾ ਪ੍ਰਾਇਮਰੀ ਸਕੂਲ। ਬਸ ਪ੍ਰਾਇਮਰੀ ਸਕੂਲ। ਅੱਛਾ DAV ਸਕੂਲ। ਇਹ ਹਾਈ ਸਕੂਲ ਆ। ਅੱਛਾ ਹਾਂ ਇਹ ਸੀ ਇੱਥੋਂ ਸਭ ਤੋਂ ਜਿਵੇਂ ਬੱਸ ਨੂੰ ਅੱਛਾ ਪੈਦਲ ਜਾਂਦਾ ਹੁੰਦਾ। ਅੱਛਾ DAV ਦਇਆਨੰਦ ਐਂਗਲੋ ਵਰਨੈਕੂਲਰ ਹਾਈ ਸਕੂਲ। ਅੱਛਾ ਸਾਰੇ ਹਿੰਦੂ ਟੀਚਰ ਸੀ, ਇੱਕ ਸੀ ਮੁਸਲਮਾਨ। ਅੱਛਾ ਸੁਲੇਮਾਨ ਸਾਹਿਬ ਦਾ ਨਾਮ। ਅੱਛਾ ਉਹ ਹੁਣ ਫੌਤ ਹੋ ਗਏ। 45 12 ਟੀਚਰ ਵੀ ਸੀ ਜੋ ਅੱਛਾ ਬੈਠੇ। ਸੁਲੇਮਾਨ। ਅੱਛਾ ਅੱਛਾ ਤੇ ਜੀ ਫਿਰ ਮੈਂ ਉੱਥੇ 6ਵੀਂ ਸੀ। ਜੀ 4 ਜਮਾਤਾਂ ਪ੍ਰਾਇਮਰੀ ਦੀਆਂ ਪੜ੍ਹੀਆਂ, 5ਵੀਂ ਪੜ੍ਹੀ ਹਿੱਸਾ ਹਾਈ ਚ ਕਾਠਗੜ੍ਹ ਹਾਂਜੀ ਹਾਈ ਸਕੂਲ। 6ਵੀਂ ਚ ਹੋਏ ਆ ਤੇ ਫਿਰ ਇਹ ਰੌਲੇ ਪੈ ਗਏ। ਮਤਲਬ ਛੁੱਟੀਆਂ ਸੀ 2 ਮਹੀਨੇ ਦੀ ਹਾਂਜੀ ਗਰਮੀਆਂ ਦੀ। ਹਾਂਜੀ ਉਹਨਾਂ ਛੁੱਟੀਆਂ 'ਚ ਰੌਲੇ ਪਏ। ਅੱਛਾ ਹਾਂ ਸਾਨੂੰ ਫਿਰ ਅਗਸਤ ਵਿੱਚ ਉਹਨਾਂ ਨੇ 18 ਤਾਂ 14 ਨੂੰ 15 ਨੂੰ ਅੱਛਾ ਬਸ ਸਤੰਬਰ ਅਕਤੂਬਰ ਨਵੰਬਰ ਦਸੰਬਰ ਫਿਰ ਜਨਵਰੀ 'ਚ ਆ ਕੇ ਅਸੀਂ ਲਾਹੌਰ ਆਏ ਸੀ। ਅੱਛਾ ਇਹ ਸਾਰੇ ਦੇਖਦੇ ਆ? ਹਾਂ ਰਾਹੋਂ ਡੇਰਾ ਲੱਗਿਆ, ਮੁੱਤੋਂ ਦੇ ਚੱਲੇ ਰਾਹੋਂ ਲੱਗਿਆ। ਜੀ ਉੱਥੇ ਤੇ ਫਿਰ 10-12 ਮੀਲ ਚੱਲਦੇ ਰਹੇ, ਗੱਡੇ ਸੀ ਲੋਕਾਂ ਜੀ, ਕੋਲ ਜੀ, ਆਪਣਾ ਹਾਂਜੀ। ਸਮਾਨ। ਚਲੋ ਬਈ ਐਲਾਨ ਹੁੰਦਾ ਸੀ ਹਾਂਜੀ ਸਪੀਕਰ 'ਚ, ਜੀ ਜੀ ਚਲੋ ਬਈ ਕਾਫਲਾ ਪੱਟੋ। ਫਿਰ ਉਸ ਤੋਂ ਅੱਗੇ ਬਹਿਰਾਮ ਆਇਆ, ਉੱਥੋਂ ਫਿਰ ਅੱਗੇ ਜਲੰਧਰ ਆਇਆ। ਫਿਰ ਇਸ ਤਰ੍ਹਾਂ ਆਉਂਦੇ ਗਏ ਕਈ ਸਾਰੇ ਸਟੇਸ਼ਨ। ਅੱਛਾ ਫਿਰ ਅੰਮ੍ਰਿਤਸਰ ਵੀ ਅਸੀਂ ਠਹਿਰੇ। ਅੰਮ੍ਰਿਤਸਰ ਹੋਈ ਸੀ ਸਾਨੂੰ ਬੜੀ ਕੁਰਬਾਨੀ ਆ। ਅੱਛਾ ਇਹਨਾਂ ਨੇ ਸੋਚੇ ਸਮਝੇ ਮਨਸੂਬੇ ਦੇ ਤਹਿਤ ਹਕੂਮਤ ਅੰਗਰੇਜ਼ ਦੀ ਸੀ। ਜੀ ਜੀ ਅੰਗਰੇਜ਼ਾਂ ਨੇ ਮੁਸਲਮਾਨ ਫੌਜ ਨੂੰ ਸਮੁੰਦਰ ਪਾਰ ਭੇਜ ਦਿੱਤਾ ਅੱਛਾ ਬੇ ਫਸਾਦ ਹੋਣੇ ਆ। ਜੀ ਜੀ ਸਿੱਖਾਂ ਨੇ ਸਾਨੂੰ ਬਹੁਤ ਲੁੱਟਿਆ। ਅੱਛਾ ਹਿੰਦੂ ਤਾਂ ਡਰਪੋਕ ਸੀ, ਸਿੱਖਾਂ ਨੇ ਜੀ ਜੀ ਮੁਸਲਮਾਨਾਂ ਦੀਆਂ ਇਸਮਤਾਂ ਵੀ ਲੁੱਟੀਆਂ ਔਰ ਲੜਕੀਆਂ ਦੀਆਂ ਕਈ ਚੁੱਕ ਕੇ ਵੀ ਲੈ ਗਏ ਆ। ਅੱਛਾ ਹਾਂ ਤੇ ਘਰ-ਬਾਰ ਵੀ ਉਹਨਾਂ ਨੇ ਲੁੱਟੇ ਆ ਅੱਛਾ ਤੇ ਲੋਕਾਂ ਨੂੰ ਕਤਲ ਵੀ ਕੀਤਾ। ਅੱਛਾ ਹਾਂ ਤੁਸੀਂ ਵੀ ਕੋਈ ਲਾਸ਼ਾਂ ਦੇਖੀਆਂ ਫਿਰ? ਹਾਂ ਬਹੁਤ ਸੜਕ ਤੇ ਪੈਦਲ ਟੁਰਦੇ ਹੁੰਦੇ ਸੀ। ਉੱਧਰ ਬਾਰਿਸ਼ਾਂ ਬਹੁਤ ਪੈਂਦੀਆਂ ਸੀ ਅੱਛਾ ਤੇ ਜਿਹੜਾ ਲੋਕਾਂ ਕੋਲ ਗੱਡੇ ਹੈ ਨਾ ਸੋ ਜੀ ਉਹਨਾਂ ਨੇ ਪੈਦਲ ਹੀ ਤੁਰਨਾ। ਹਾਂਜੀ ਗੱਡੇ ਹਾਂਜੀ ਵਾਲੇ ਤਾਂ ਗੱਡੇ ਤੇ ਬਹਿ ਜਾਂਦੇ। ਜੀ ਜੀ ਬਾਰਿਸ਼ ਤੋਂ ਬੈਠਣ ਦਾ ਜੀ। ਸਾਹਮਣੇ ਦਾ ਨਾਂ ਨਾ ਸੁਣਦੀ। ਅੱਛਾ ਕਈ ਆਦਮੀ ਵਿਚਾਰੇ ਕੱਪੜਾ ਨਾ ਹੋਣੇ ਦੇ ਸਬਬ ਜੀ ਜੀ ਤੇ ਬਦਲਣਾ ਕਿਹੜਾ ਹੈ ਤਾਂ ਹੁਣ ਪਿੱਟ ਗਏ ਹਾਂਜੀ, ਸਾਡੇ। ਹਾਂਜੀ। ਪਰ ਸਰਦੀ ਦਾ ਮੌਸਮ ਜੀ, ਜੀ। ਸੜਕ ਦੇ ਕਿਨਾਰੇ ਮੈਂ ਜੁੱਤੀਆਂ ਸਮੇਤ ਹੈ
ਜਿਵੇਂ ਸੁੱਤੇ ਪਏ ਨੇ। ਜੀ ਅੱਛਾ ਮੈਂ ਦੇਖੇ ਨੇ ਲੋਕ। ਅੱਛਾ ਮੈਨੂੰ ਸਾਡੇ ਕੋਲ ਗੱਡਾ ਹੈ ਦੱਸੋ, ਮੇਰੀ ਅੱਛਾ। ਫੁੱਫੀ ਦਾ ਗੱਡਾ ਸੀ। ਅੱਛਾ ਚਲੋ ਠੀਕ ਆ ਕੋਈ ਗੱਲ ਨਹੀਂ। ਮੈਨੂੰ ਉਹਨਾਂ ਨੇ, ਮੈਂ 6ਵੀਂ 'ਚ ਸੀਗਾ, ਅੱਛਾ 12-13 ਸਾਲ ਦਾ, ਮੈਨੂੰ ਉਹਨਾਂ ਨੇ ਇੱਕ ਹੋਰ ਗੱਡਾ ਸੀ ਉਹਦੇ ਤੇ ਬਿਠਾ ਦਿੱਤਾ, ਮੈਂ ਉਹਦੇ ਤੇ ਬਹਿ ਜਾ। ਅੱਛਾ ਉਹ ਜਿਹੜਾ ਮੇਰੀ ਫੁੱਫੀ ਦਾ ਗੱਡਾ ਸੀ ਇਹ ਟੁੱਟ ਗਿਆ। ਅੱਛਾ ਹਾਂ, ਇਹ ਇਹਦਾ ਪਹਿਲਾਂ ਟੁੱਟ ਗਿਆ। ਅੱਛਾ ਉਹ ਇਹਨਾਂ ਨੂੰ ਪੁਲਿਸ ਪਿੱਛੇ ਆਈ ਹੋਈ ਸੀ, ਫੌਜ ਪੁਲਿਸ, ਜੀ, ਤੇ ਉਹ ਜਿਹੜੇ ਪਿੱਛੇ ਰਹਿ ਜਾਂਦੇ ਸੀ ਉਹ ਇਹਨਾਂ ਨੂੰ ਪਿੱਛੇ ਨੂੰ ਲੈ ਗਏ। ਅੱਛਾ ਚਲੋ ਬਈ ਨਵੇਂ ਸ਼ਹਿਰ, ਹਾਂ ਮੈਂ ਅੱਗੇ ਚੱਲਦਾ ਰਿਹਾ, ਅੱਛਾ ਮੈਂ ਵਿਛੜ ਗਿਆ। ਅੱਛਾ ਅੱਗੇ ਜਾ ਕੇ ਫਿਰ ਕੈਂਪ ਲੱਗਿਆ, ਅੱਛਾ ਉਹਦਾ ਨਾਮ ਸੀ ਬਹਿਰਾਮ, ਅੱਛਾ ਰਾਹੋਂ ਤੇ ਬਹਿਰਾਮ। ਜੀ ਜੀ ਬਹਿਰਾਮ ਮੈਂ ਇਕੱਲਾ ਹੀ ਰਹਿ ਗਿਆ, ਅੱਛਾ ਕੋਈ ਮੈਨੂੰ ਨਾ ਮਿਲਿਆ। ਜੀ ਜੀ ਬਸ ਐਵੇਂ ਫਿਰਦਾ ਸੀ। ਇੱਕ ਮੇਰੇ ਵਾਲਿਦ ਹੋਰੀ 2 ਭਾਈ ਸੀ, ਅੱਛਾ ਉਹ ਮੇਰੇ ਬਾਪ ਤੋਂ ਇੱਕ ਬੜਾ ਸੀ, ਉਹ ਇੱਧਰ ਆ ਕੇ ਫੌਤ ਹੋ ਗਿਆ। ਮੇਰੇ ਵਾਲਿਦ ਸਾਹਿਬ ਵੀ ਫੌਤ ਹੋ ਗਏ, ਜੀ, ਇੱਕ ਜੀ। ਉਹ ਪਹਿਲਾਂ ਹੀ ਹੋ ਗਿਆ ਫੌਤ। ਅੱਛਾ ਉਹ ਮੈਨੂੰ ਲੱਭ ਗਿਆ, ਅੱਛਾ ਉਹ ਤੇ ਮੈਂ ਅਸੀਂ ਆਏ। ਮੇਰੇ ਮਾਂ ਪਿਓ ਨਹੀਂ ਮਿਲੇ। ਅੱਛਾ ਹਾਂ, ਉਹਦੇ ਨਾਲ ਮੈਂ ਆਇਆ ਜੀ ਤੇ ਇੱਕ ਹਮਸਾਇਆ ਸੀ ਸਾਡਾ, ਅੱਲਾ ਬਖਸ਼ ਦਾ ਨਾਂ ਸੀ, ਅੱਛਾ ਉਹ ਮੈਨੂੰ ਮਿਲ ਗਏ। ਅੱਛਾ ਉਹ ਫਿਰ ਮੈਂ ਉਹ ਅੱਲਾ ਬਖਸ਼ ਜਿਹੜਾ ਸੀ ਉਹਨਾਂ ਦੇ ਨਾਲ ਹੀ ਮੈਂ ਆਇਆ। ਉਹਨਾਂ ਦਾ ਇੱਕ ਲੜਕਾ ਸੀ, ਇੱਕੋ ਲੜਕਾ ਸੀ, 2-3 ਕੁੜੀਆਂ ਸੀ। ਅੱਛਾ ਲੜਕੇ ਦਾ ਨਾਂ ਸੀ ਅੱਲਾ ਦਿੱਤਾ। ਅੱਛਾ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਰੱਖਿਆ ਵੀ ਜਿਵੇਂ ਸਾਨੂੰ ਅੱਲਾ ਦਿੱਤਾ, ਸਾਡਾ ਇੱਕ ਪੁੱਤ ਔਰ ਦੂਆ ਪੁੱਤ ਹੈ। ਅੱਛਾ ਫਿਰ ਮੈਂ ਉਹਨਾਂ ਦੇ ਨਾਲ ਹੀ ਆਇਆ। ਅੱਛਾ ਉਹਨਾਂ ਦੇ ਰਿਸ਼ਤੇਦਾਰ ਹੈਗੇ, ਆਉਂਦੇ ਰਹੇ, ਲਾਹੌਰ ਪਹੁੰਚ ਗਏ। ਅੱਛਾ ਲਾਹੌਰੋਂ ਫਿਰ ਗੱਡੀਆਂ ਚੱਲਦੀਆਂ ਸੀ, ਅੱਛਾ ਮਾਲ ਗੱਡੀਆਂ ਵੀ ਚੱਲਦੀਆਂ ਸੀ, ਪੈਸੰਜਰ ਵੀ। ਸਾਨੂੰ ਜਗ੍ਹਾ ਕਿਤੇ ਮਿਲੀ ਨਾ, ਮਾਲ ਗੱਡੀ 'ਚ ਬਹਿ ਗਏ। ਅੱਛਾ ਅੰਮ੍ਰਿਤਸਰੋਂ ਹਾਂਜੀ ਲਾਹੌਰ ਪਹੁੰਚ ਗਏ। ਅੱਛਾ ਲਾਹੌਰ ਪਹੁੰਚ ਕੇ ਉੱਥੇ 5-6 ਦਿਨ ਸਟੇ ਕੀਤਾ। ਅੱਛਾ ਬਾਅਦ 'ਚ ਫਿਰ ਜਿੱਥੇ ਲੋਕਾਂ ਨੇ ਜਾਣਾ ਸੀ, ਅਸੀਂ ਵੀ, ਮੈਂ ਵੀ ਅਸੀਂ ਵੀ ਗੱਡੀ 'ਤੇ ਚੜ੍ਹ ਗਏ, ਮਾਲ ਗੱਡੀ 'ਚ ਚੜ੍ਹ ਗਏ, ਅੱਛਾ ਦੁਨੀਆ ਪਰ ਉਤਰੇ। ਅੱਛਾ ਉਹਨਾਂ ਦਾ ਉਹ ਜਿਨ੍ਹਾਂ ਦੇ ਨਾਲ ਸੀ, ਮੇਰੇ ਮਾਂ-ਬਾਪ ਤੋਂ ਉੱਥੇ ਹੀ ਵਿਛੜ ਗਏ। ਜੀ ਜੀ ਤੇ ਜਿਹੜੇ ਮੇਰੇ ਨਾਲ ਸੀ ਉਹਨਾਂ ਦੇ ਰਿਸ਼ਤੇਦਾਰ ਹੈਗੇ ਇੱਥੇ 13 'ਚ ਪਹਿਲਾਂ ਦੇ ਆਏ ਸਨ। ਅੱਛਾ। 27 'ਚ ਜਦੋਂ ਮੁਰੱਬੇ ਮਿਲੇ। ਜੀ ਇਹ ਐਲਬੀ ਹੋ ਰਹੀ। ਨਹੀਂ, ਉਹ ਦੂਸਰੇ ਸੀ। ਅੱਛਾ। ਉਹ ਮਾਸਟਰ ਗੁਲਾਮ ਸਿੰਘ ਹੋਣਾ। ਅੱਛਾ ਮਾਸਟਰ ਗੁਲਾਮ ਸਿੰਘ, ਹਾਂਜੀ ਹਾਂਜੀ ਗੁਲਾਮ ਸਿੰਘ ਤਾਂ ਸਾਡੇ ਨਾਲ ਆਇਆ। ਇਹਨਾਂ ਦੇ ਭਾਈ ਇੱਥੇ ਇੱਕ ਸੀ ਬੜਾ, ਮੁਹੰਮਦ ਸੈਨ ਸੀ ਉਹਦਾ ਨਾਮ। ਅੱਛਾ। ਉਹ ਇੱਥੇ ਸੀ, ਪਹਿਲਾਂ ਆਏ। ਅੱਛਾ ਇਹ ਫਿਰ ਉਹਨਾਂ ਨੇ ਤਾਂ ਇੱਥੇ ਹੀ ਆਉਣਾ ਸੀ, ਆਪਣੇ ਭਾਈ ਕੋਲੇ ਆਉਣਾ ਸੀ, ਮਾਸਟਰ ਗੁਲਾਮ ਸਿੰਘ ਹੋਣਾ। ਜੀ ਤੇ ਮੈਂ ਵੀ ਨਾਲ ਹੀ ਆ ਗਿਆ। ਅੱਛਾ ਮੈਂ ਫਿਰ ਮੇਰਾ ਤਾਇਆ ਮਿਲ ਗਿਆ, ਮੋਹਣਾ ਨਾਂ ਸੀ ਉਹਦਾ, ਅੱਛਾ। ਮੋਹਨ। ਅੱਛਾ ਤੇ ਉਹ ਸਾਡੇ ਰਿਸ਼ਤੇਦਾਰ ਸੀ, ਉਹ ਜਿਹੜੇ 13 ਚੱਕ ਚੋਂ ਯਕੂਬ ਕਿੰਗ। ਹਾਂ ਕਿੰਗ ਹੋ ਰਹੀ। ਹਾਂ ਹਾਂ ਇਹ ਮੰਦ ਤੇ ਬੁੜੀ ਮਾਲਾ, ਹਾਂ, ਯਕੂਬ ਕਿੰਗ ਮਾਲਾ ਤੇ ਉਹ ਬਾਬਾ ਮੰਦ ਹਾਂ ਦੇਖੇ ਦੇਖਿਆ। ਹਾਂ ਬਸ ਉਹ ਇਹ ਬੜੇ ਨੇਕ ਬੰਦੇ ਸੀ। ਹਾਂ, ਇਹ ਮੇਰਾ ਅੱਬਾ ਤੇ ਉਹ ਮੰਨਦੇ ਨੂੰ ਸਹੀ ਹੋ ਸਕੇ। ਅੱਛਾ ਹਾਂ, ਅਸੀਂ ਉਹਨਾਂ ਕੋਲ ਫਿਰ ਰਹੇ 6 ਮਹੀਨੇ। ਅੱਛਾ ਫਿਰ ਇਹ ਜ਼ਮੀਨਾਂ ਲਾਟ ਜਿਹੜੀਆਂ ਹੈ ਸੋਸਾਇਟੀ ਦੀਆਂ, ਉਹਨਾਂ ਨੇ ਸਾਨੂੰ ਜ਼ਮੀਨਾਂ ਲਾਟ ਕਰਾ ਕੇ ਦਿੱਤੀ। ਅੱਛਾ 6 ਮਹੀਨੇ ਉਹਨਾਂ ਕੋਲੇ ਰੋਟੀ ਖਾਧੀ ਆ, ਉਹਨਾਂ ਦੇ ਘਰ ਹੀ ਰਹੇ। ਅੱਛਾ ਆਹੋ, ਕਹਿੰਦੇ ਜਾਣਾ ਨਹੀਂ ਕਿਤੇ ਵੀ, ਹਾਂ, ਹਾਂ। ਜਿੱਥੇ ਤੁਹਾਨੂੰ ਬੜੇ ਨੇਕ ਬੰਦੇ ਸੀ। ਹਾਂ, ਵੀ ਕਿਤੇ ਨਹੀਂ ਜਾਣਾ, ਜੀ, ਜੀ। ਰੋਟੀ ਖਾਓ, ਅੱਲਾ ਕਰੋ ਬਸ। ਜੀ ਜੀ ਤੇ ਜਿੱਥੇ ਤੁਹਾਨੂੰ ਜ਼ਮੀਨ ਨਹੀਂ ਅਲਾਟ ਹੋਈ। ਅੱਛਾ ਜ਼ਮੀਨ ਅਲਾਟ ਹੋ ਗਈ, ਬਹੁਤ ਅੱਛੇ ਇਨਸਾਨ। ਜੀ ਜੀ ਬੜੇ ਨੇਕ ਸਾਡੇ ਕੋਲ ਤਾਂ ਹੈ ਕੁਛ ਨਾ ਸੋ, ਜੀ। ਜ਼ਮੀਨ ਮਿਲ ਗਈ ਜੀ। ਤੇ ਪੈਸੇ ਨਾ ਸੋ ਇਹਨੂੰ ਕਾਸ਼ਤ ਜੀ, ਕਰਨ ਜੀ। ਲਈ। ਹਾਂਜੀ। ਬਹੁਤ ਹੁਣ ਤਾਂ ਲਈਏ। ਜੀ ਜੀ ਉਹ ਸੁਲੇਮਾਨ ਵਿਚਾਰੇ ਨੇ, ਜੀ। ਮਨ ਦਾ ਮੁੰਡਾ ਇੱਕੋ ਹਾਂ, ਹਾਂ। ਸੁਲੇਮਾਨ, ਜੀ ਉਹਨੇ ਉੱਥੋਂ 10-12 ਹਲ ਲਿਆ। ਟਰੈਕਟਰ ਉਦੋਂ ਹੁੰਦੇ ਨਾ ਸੀ। ਹਾਂਜੀ 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 10 ਉਹ ਖਾਨ ਮੁਹੰਮਦ ਦਾ ਪਾਣੀ ਲਾ ਦੇ, ਜਦੋਂ ਬੱਤਰ ਆਵੇ ਮੈਨੂੰ ਇਤਲਾ ਦੇ। ਜੀ ਜੀ ਮੈਂ ਪਾਣੀ ਅਸੀਂ ਲਾ ਦੇਣਾ, ਫਿਰ ਜੀ ਬਈ ਬੱਤਰ ਆ ਗਈ, ਉਹਨੇ ਫਿਰ 5-10 ਜੋੜੇ ਇੱਥੋਂ ਲੈ ਕੇ ਆਣੇ ਹਲਾਂ ਦੇ। ਅੱਛਾ ਟਰੈਕਟਰ ਤਾਂ 10 ਆਉਂਦੇ ਹੁੰਦੇ ਸੀ ਜੋੜੇ। ਹਾਂਜੀ ਹਾਂਜੀ ਪਾਣੀ ਲੱਗੇ ਆ, ਬਸ ਪਾੜ ਪਾਈ, ਛੱਟਾ ਲਾ ਦੇਣਾ ਕਪਾਹ ਦਾ ਜਾਂ ਕਣਕ ਦਾ। ਹਾਂਜੀ ਹਾਂਜੀ ਬਸ ਫਿਰ 2 ਪਾ ਦੇਣੀ ਤੇ ਸੌਦਾ ਦੇ ਕੇ ਲਓ ਪਾਣੀ ਹੋਣ ਲੱਗ ਗਿਆ। ਜੀ ਜੀ ਤੇ 4-5 ਸਾਲ ਉਹ ਇਹ ਕੰਮ ਕਰਦਾ ਰਿਹਾ। ਅੱਛਾ ਫਿਰ ਅੱਬੇ ਨੇ ਕਿਹਾ ਵੀ ਸਾਡੇ ਕੋਲ ਹੁਣ ਤਾਕਤ ਹੋ ਗਈ ਹੈ, ਜੀ ਜੀ ਅਸੀਂ ਆਪਣੀ ਖੇਤੀ ਆਪ ਕਰਾਂਗੇ, ਬਹੁਤ ਅਸੀਂ ਲੈ ਲੈਣੇ ਹੁਣ ਤੇਰੀ ਮਿਹਰਬਾਨੀ। ਅੱਛਾ ਫਿਰ ਦਾਖਲਾ ਤੁਸੀਂ ਕਿੱਥੇ ਲਿਆ ਇੱਥੇ ਆ ਕੇ? ਇੱਥੇ ਆ ਕੇ ਦਾਖਲਾ ਲਿਆ। ਮੈਂ ਇੱਥੇ ਨਹੀਂ ਪੜ੍ਹਿਆ। ਹਾਂ ਫਿਰ ਕਿੱਥੇ? ਮੈਂ ਮੇਰੀ ਫੁੱਫੀ
32 ਚੱਕ ਜੋ ਚੀਚਾ ਸੀ 32 12 ਹੈ जी जी 32 12 है तो देखी है ਦੇਖੀ हाँ ਇੱਥੇ ਮੇਰੀ 45 भी देखिया 45 ਚ ਹਾਈ ਸਕੂਲ जी जी 32 ਚ ਮੈਂ ਰਹਿੰਦਾ ਸੀ ਆਪਣੀ ਫੁੱਫੀ ਕੋਲ अच्छा 32 ਦੇ ਬਹੁਤ ਸਾਰੇ ਲੜਕੇ ਆਉਂਦੇ ਸੀ अच्छा 45 ਨੂੰ ਪੜ੍ਹਨ ਆਇਆ 8 ਮੈਂ ਉੱਥੇ ਪਾਸ ਕੀਤੀ अच्छा 9ਵੀਂ ਜਾ ਕੇ ਫਿਰ ਦਾਖਲਾ ਇੱਥੇ ਲਿਆ ਮਖਦੂਮ ਵਾਲੀ ਹਾਈ ਸਕੂਲ अच्छा ਇਹ ਉਦੋਂ ਹਾਈ ਸਕੂਲ ਹੈ ਰਸੋਈ ਸੰਨ 53 ਚ ਬਣਿਆ 53 ਸਾਡੀ ਪਹਿਲੀ ਕਲਾਸ ਵਾ अच्छा 9ਵੀਂ ਚ जी जी ਸਾਡੀ ਪਹਿਲੀ ਕਲਾਸ ਵਾ अच्छा अच्छा ਹਾਂ ਚੰਬਨ ਚ ਮੈਂ ਮੈਟ੍ਰਿਕ ਕਰ ਲਈ जी जी ਮੈਟ੍ਰਿਕ ਕਰਕੇ ਫਸਟ ਡਿਵੀਜ਼ਨ ਸੀ ਉਸ ਜ਼ਮਾਨਾ ਇਹ ਸੀ ਵੀ ਜਿਹਦੀ ਫਸਟ ਡਿਵੀਜ਼ਨ ਨਾ ਹੋਵੇ ਸੈਕੰਡ ਹੋਵੇ ਜਾਂ ਥਰਡ ਨੂੰ ਤਾਂ ਲੈਂਦੇ ਨਾ ਉਹ ਹੁੰਦੇ ਕਰਦੇ ਸੀ ਪੀਟੀਸੀ ਜਿਹੜੇ ਪ੍ਰਾਇਮਰੀ ਨੂੰ हाँ ਪੜ੍ਹਾਉਂਦੇ जी हाँ जी हाँ जी ਤੇ ਜਿਨ੍ਹਾਂ ਦੀ ਮੈਟ੍ਰਿਕ ਚ ਫਸਟ ਡਿਵੀਜ਼ਨ ਹੁੰਦੀ ਸੀ ਉਹ ਜੇਵੀ ਦੇ ਉੱਪਰ ਸੀ ਐਸਵੀ जी जी ਉਹ ਐਸਵੀ ਉਹ ਫਿਰ ਪੜ੍ਹਾਉਂਦੇ ਸੀ 6ਵੀਂ 7ਵੀਂ 8ਵੀਂ अच्छा ਅੰਗਰੇਜ਼ੀ ਤੋਂ ਇਲਾਵਾ हाँ जी हाँ जी ਉਰਦੂ ਦੀਨੀਆਤ ਰਿਆਜ਼ੀ ਇਹ ਚੀਜ਼ਾਂ ਅੰਗਰੇਜ਼ੀ ਤੋਂ ਬਗੈਰ ਸਾਰੇ हाँ ਮਿਲਦੇ जी हाँ जी ਉਹ ਫਿਰ ਮੈਂ ਮੇਰੀ ਫਸਟ ਡਿਵੀਜ਼ਨ ਸੀ ਫਿਰ ਮੈਂ ਐਸਵੀ ਕਰ ਲਈ अच्छा ਬਹਾਵਲਪੁਰ ਕੀਤੀ ਸੀ ਐਸਵੀ जी ਫਿਰ ਮੇਰੀ ਅਪਾਇੰਟਮੈਂਟ ਹੋ ਗਈ अच्छा माशाल्लाह ਉਹਦਾ ਅਪਾਇੰਟਮੈਂਟ ਤਾਂ ਉਸੋਂ ਪੜ੍ਹੋ ਲੱਭਦੇ ਨਸੋਂ अच्छा 54 ਪਾਕਿਸਤਾਨ ਬਣੇ ਨੂੰ ਅਜੇ 6 ਸਾਲ ਹੋਏ ਸੀ जी जी ਤੇ ਅਸੀਂ ਐਸੇ ਮਾਸਟਰੀ ਦਾ ਕੋਰਸ ਕਰਕੇ ਘਰ ਬਹਿ ਗਏ ਫਿਰ ਨਤੀਜਾ ਆਊਗਾ ਚਲੋ ਫਿਰ जी जी ਉਹਨੇ ਸਾਨੂੰ ਘਰੋਂ ਬੁਲਾਇਆ ਉਹ ਆਓ ਆਪਣੇ ਅਪਾਇੰਟਮੈਂਟ ਆਰਡਰ ਲੈ ਜਾਓ जी जी ਅਸੀਂ ਕਿਹਾ ਵੀ ਨਤੀਜਾ ਉਹ ਨਤੀਜੇ ਨੂੰ ਗੋਲੀ ਮਾਰੋ ਆਉਂਦਾ हाँ ਰਹੇਗਾ जी ਹਾਂ अच्छा ਉਹਨਾਂ ਨੇ ਪੁੱਛਿਆ ਕਿੱਥੇ ਜਾਣਾ ਸਕੂਲ ਸਭ ਖਾਲੀ ਪਏ ਸੀ बिल्कुल ਹਿੰਦੂ ਪੜ੍ਹਾਉਂਦੇ ਹੁੰਦੇ ਸੀ ਹਾਂਜੀ। ਮੁਸਲਮਾਨ ਕੋਈ ਵੀ ਟੀਚਰ जी ਹੁੰਦੇ जी ਮੈਂ ਫਿਰ ਇੱਥੇ ਹੀ ਬਸ ਮਿਲੋ ਫਿਰ ਮੇਰੀ ਡਿਪਾਰਟਮੈਂਟ ਹੋ अच्छा ਇੱਥੇ ਹੀ ਮੈਂ ਰਿਟਾਇਰ ਹੋ ਅੱਛਾ ਉਹ ਤਾਂ ਗੱਲ ਹੋ ਗਈ ਮੈਂ ਇਹ ਪੁੱਛਣਾ ਚਾਹਨਾ ਵੀ ਮੁੱਤੋਂ ਦੇ ਪੂਰਾ ਪਿੰਡ ਜੋ ਸੀ ਹਾਂ ਪੂਰਾ ਪਿੰਡ ਕਿੱਥੇ ਕਿੱਥੇ ਜਾ ਕੇ ਹਾਂ। ਵਸਿਆ ਕੋਈ ਪਤਾ ਮੁੱਤੋਂ ਲੱਗੇ ਦੇ ਹਾਂ ਜ਼ਿਆਦਾ ਬੈਠੇ ਆ ਉੱਥੇ ਦੁਕੋਟਾ ਦੇ ਕੋਟੇ ਦੇ ਕੋਲ ਮੌਜਾ ਡੱਲ ਜੀ ਜੀ ਡੱਲ ਡੱਲਾ ਹਾਂ ਡੱਲ ਉਹ ਹਾਂਜੀ ਸਾਡੇ ਸਾਰੇ ਪਿੰਡ ਦੇ ਇੱਕ ਹੁੰਦਾ ਸੀ ਚੌਧਰੀ ਸ਼ੇਰ ਮੁਹੰਮਦ ਅੱਛਾ ਉਹ ਦੱਸੀ ਜਾਓ ਨਾ ਹਾਂ ਚੌਧਰੀ ਸ਼ੇਰ ਮੁਹੰਮਦ ਸੀ ਉਹ ਮਲਕਪੁਰ ਦਾ ਸੀ ਸਾਡੇ ਵੀ ਬਹੁਤ ਤਾਲੁਕਾਤ ਸੀ ਉਹਦੇ ਨਾਲ ਅੱਛਾ ਸਭ ਨਾਲੋਂ ਜ਼ਿਆਦਾ ਮੁੱਤੋਂ ਦੇ ਤਾਲੁਕਾਤ ਸਾਡੇ ਹੀ ਸੀ ਅੱਛਾ ਉਹ ਜਦੋਂ ਆਉਂਦਾ ਹੁੰਦਾ ਸੀ ਜੀ ਉਹਦੀਆਂ ਦੋ ਬੀਵੀਆਂ ਸੀ ਅੱਛਾ ਇੱਕ ਖੇਮਵਾਲ ਦੀ ਸੀ ਅੱਛਾ ਉਹ ਸ਼ੀਆ ਸੀ ਹਾਂ ਹਾਂ ਉਹਦੀ ਉਹਦਾ ਨਾਲ ਸ਼ੀਆ ਹੋਇਆ ਉਹ ਖੇਮਵਾਲ ਵਾਲੀ ਔਰ ਅੱਛਾ, ਸ਼ੀਆ ਅੱਛਾ। ਸ਼ੀਆ ਹਾਂਜੀ, ਇਹ ਹਾਂ। ਸਾਡੇ ਸੀ ਜਿਹੜੀ ਇਹ ਆਲਮ ਦੀਨ ਦੀ ਬੇਟੀ ਜੀ ਜੀ ਅੱਛਾ ਆਲਮ ਬੀਬੀ ਦਾ ਨਾਮ ਸੀ ਜੀ ਜੀ ਇਹ ਉਹਦੀ ਦੂਸਰੀ ਬੀਵੀ ਸੀ ਦੋ ਸ਼ਾਦੀਆਂ ਸੀ ਅੱਛਾ ਉਹ ਫਿਰ ਇਹਨਾਂ ਨਾਲ ਨਾਰਾਜ਼ ਸੀ ਅੱਛਾ ਸਹੁਰੇ ਨਾਲ ਉਹ ਫਿਰ ਸਾਡੇ ਕੋਲ ਆਉਂਦਾ ਹੁੰਦਾ ਸੀ ਵੀ ਸਾਡੇ ਤਾਲੁਕਾਤ ਸੀ ਉਹਨਾਂ ਨਾਲ ਹਾਂਜੀ, ਹਾਂਜੀ। ਮੇਰੀ ਸੁਲ੍ਹਾ ਕਰਵਾ ਲਾ ਜੀ ਜੀ ਅਸੀਂ ਕਿਹਾ ਵੀ ਤੂੰ ਹੈਗਾ ਵਿਆਹ ਅਸੀਂ ਸੁਲ੍ਹਾ ਨਹੀਂ ਤੇਰੀ ਕਰਾਂਗੇ ਆਪ ਕਰਨਾ ਜਾ ਕੇ ਮਿਹਨਤ ਕਰਨਾ ਅੱਛਾ ਫਿਰ ਸਾਡੀ ਉਸ ਨਾਲ ਵਿਗੜ ਗਈ ਅੱਛਾ ਇਸੇ ਵਜ੍ਹਾ ਤੋਂ ਹਾਂ ਹਾਂ ਇੱਧਰ ਆ ਕੇ ਫਿਰ ਉਹ ਕਰਤਾ ਦਸਤਾ ਹੋ ਗਿਆ ਅੱਛਾ ਜ਼ਮੀਨਾਂ ਅਲਾਟ ਕਰਨੇ 'ਚ। ਪਿੱਛੇ ਵੀ ਉਹ ਅਮੀਰ ਸੀ ਮਲਕਪੁਰ ਦੇ ਵਿੱਚ ਉਹਨਾਂ ਦੇ ਹਾਂ ਹਾਂ ਉੱਥੇ ਵੀ ਅਮੀਰ ਇਹ ਸੀ ਵੀ ਉਹਦੀ ਕੁਛ ਜ਼ਮੀਨ ਸੀ ਜੀ 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 ਉਹਦੀ ਕੁਛ ਜ਼ਮੀਨ ਸੀ ਜੀ ਤੇ ਇੱਥੇ ਆ ਕੇ ਫਿਰ ਉਹ ਜ਼ਮੀਨ ਅਲਾਟ ਹੋ ਗਈ ਉਹਨੂੰ ਜੀ ਜੀ ਤੇ ਬਾਕੀ ਉਹਨੇ ਲੋਕਾਂ ਦੇ ਕਲੇਮ ਵੀ ਦਬਾਏ ਅੱਛਾ ਜਿਹੜੇ ਕਲੇਮ ਆਏ ਕਈਆਂ ਦੇ ਲੋਕ ਆ ਹੁਣ ਮਸਲਾ ਮੁਖਤਾਰ ਹੋ ਰਹੀ ਹਾਂ ਹਾਂ ਮੁਖਤਾਰ ਇਹਨਾਂ ਦੀ ਜ਼ਮੀਨ ਕਾਫੀ ਫੌਜੀ ਮੁਖਤਿਆਰ ਹਾਂ ਹੋਣਾ ਹਾਂ ਇਹਨਾਂ ਦੀ ਕਾਫੀ ਜ਼ਮੀਨ ਸੀ ਅੱਛਾ ਕਲੇਮ ਨਹੀਂ ਲੱਭਿਆ ਜ਼ਮੀਨ ਨਹੀਂ ਅਲਾਟ ਹਾਂ ਹਾਂ ਇਹੋ ਜਿਹੇ ਕਲੇਮ ਉਹਦੇ ਹੱਥ ਆ ਗਏ ਉਹ ਫਿਰ ਦੋ ਇੱਕ ਬੰਦਾ ਤਾਂ ਦੱਸਦਾ ਸੀ ਜਿਵੇਂ ਉਹਨੇ ਕਾਫੀ ਜ਼ਮੀਨਾਂ ਪਵਾ ਕੇ ਦਿੱਤੀਆਂ ਲੋਕਾਂ ਨੂੰ ਬਸ ਕਈਆਂ ਦੇ ਦਬਾ ਲਏ ਕਈਆਂ ਨੂੰ ਪਵਾਤੀ ਅੱਛਾ ਅੱਛਾ ਸਾਰਿਆਂ ਦੇ ਹੁਣ 100 ਕਲੇਮ ਵੀ ਹੋਵੇ 100 ਹੀ ਨਹੀਂ ਨਾ ਦਬਾਣਾ ਹੈਗਾ ਵਿੱਚੋਂ 2-4 ਨੂੰ ਹੱਥ ਮਾਰ ਲਿਆ ਮੈਨੂੰ ਇੱਕ ਸ਼ੇਰ ਯਾਦ ਆ ਗਿਆ ਪੰਜਾਬੀ ਦਾ ਹਾਂ ਬਾਜ਼ ਰੰਗਾਂ ਤੇ ਮਰਮਰ ਜਾਵੇਂ ਬਾਜ਼ ਰੰਗਾਂ ਵਟ ਖਾਵੇਂ ਬਾਜ਼ੇ ਅਮਨ ਨੇ ਬਾਜ਼ੇ ਮੁਨਕਰ ਮੁਨਸਿਫ ਕਿਵੇਂ ਸਦਾਵੇਂ ਹਾਂ ਬਈ ਕਈਆਂ ਦੇ ਦਬਾ ਲੈ ਕਈਆਂ ਦੇ ਦਬਾ ਲੈ। 100 ਜੋ ਪੜ੍ਹੇ ਹੋਏ ਹੀ ਸੀ ਹਾਂਜੀ ਉਹ ਉੱਥੇ ਕਲੇਮ ਆਏ ਲਾਹੌਰ ਹਾਂਜੀ ਲਾਹੌਰ ਲੋਕ ਜੋ ਅਨਪੜ੍ਹ ਸੀ ਜੀ ਜੀ ਇਹ ਪੜ੍ਹੇ ਹੋਏ ਸੀ ਇਹਨੇ ਕਿਸੇ ਨੂੰ ਦੇ ਤੇ ਕਿਸੇ ਦਾ ਤੇਰਾ ਨਹੀਂ ਲੱਭਦਾ ਹੈਗਾ ਅੱਛਾ। ਤੇਰਾ ਨਹੀਂ ਲੱਭਦਾ ਕਿਸੇ ਨੂੰ 100 ਚ ਅੱਛਾ 90 ਨੂੰ ਅਸੀਆਂ ਨੂੰ ਦੇ ਤੇ ਦੁਨੀਆ ਨੂੰ ਦਵਾ ਅੱਛਾ ਲੱਭਦਾ ਨਹੀਂ ਤੇਰਾ ਜੀ ਜੀ ਬਸ ਉਹ ਕਲੇਮ ਕਾਬੂ ਕੀਤੇ ਉਹਨੂੰ ਵੀ ਨਾ ਪਰ ਲਟ ਕਰਾ ਅੱਛਾ ਹੁਣ ਉਹ
ਮਹਿਕਮਾ ਸੀ ਨਾ ਜਿਹੜਾ ਸੈਟਲਮੈਂਟ, ਜੀ ਜੀ ਮਹਿਕਮਾ ਬਹਾਲੀਆਤ ਜਿਹੜੇ ਜ਼ਮੀਨਾਂ ਦਿੰਦਾ ਸੀ, ਜੀ ਜੀ ਜਿਹੜੇ ਵੀ ਕਲੇਮ ਸੀ ਉਹਨਾਂ ਨੇ ਸਾਰੀ ਜ਼ਮੀਨ ਅਲਾਟ ਕਰ ਦਿੱਤੀ ਹਰ ਇੱਕ ਨੂੰ। ਅੱਛਾ ਕਈਆਂ ਨੂੰ ਪਤਾ ਹੀ ਨਹੀਂ ਲੱਗਿਆ ਜ਼ਮੀਨ ਅੱਛਾ। ਅਲਾਟ ਹੋ ਗਈ, ਪਤਾ ਨਹੀਂ ਲੱਗਿਆ। ਹਾਂ ਹਾਂ ਇੱਥੇ ਹੁਣ ਉਹ ਅਸ਼ਰਫ ਪਹਿਲਵਾਨ ਹਾਂ, ਬਸਤੀ ਮਲੂਕ ਵਾਲਾ, ਹਾਂ। ਇਹਦੇ ਬਾਪ ਨਾਲ ਸੀ ਵਲੀ ਮੁਹੰਮਦ। ਅੱਛਾ ਇਹਨਾਂ ਨੂੰ ਜ਼ਮੀਨ ਅਲਾਟ ਹੋ ਗਈ ਲਾਲੀਸਨ ਕੋਟਦੂ, ਜੀ, ਜੀ। ਲਾਲੀਸਨ ਕਰੋੜ, ਲਈਏ ਬਣਾ ਹਾਂ। ਲਈਏ ਕਰੋੜ ਲਾ ਲਈ ਸਨ। ਹਾਂ ਲਈਏ ਦੇ ਨਾਲ ਵਾ ਨਾ, ਹਾਂਜੀ ਹਾਂਜੀ ਉੱਥੇ ਇਹਨਾਂ ਨੂੰ 34 ਕਿੱਲੇ ਅਲਾਟ ਹੋਏ। ਅੱਛਾ ਇਹਨਾਂ ਨੂੰ ਪਤਾ ਹੀ ਨਹੀਂ ਅੱਛਾ ਅਲਾਟ ਹੋ ਗਏ। ਮਹਿਕਮਾ ਟੁੱਟਿਆ ਤਾਂ ਵਾ ਜੀ, ਸੈਟਲਮੈਂਟ ਜੀ। ਜਦੋਂ ਇੰਚ ਜ਼ਮੀਨ ਹਰ ਇੱਕ ਨੂੰ ਅਲਾਟ ਹੋ ਗਏ। ਕਈਆਂ ਨੂੰ ਅੱਛਾ। ਪਤਾ ਲੱਗਿਆ, ਕਈਆਂ ਨੂੰ ਲੱਗਿਆ ਹੀ। ਇਹਨਾਂ ਨੂੰ ਅੱਛਾ। ਪਤਾ ਹੀ ਨਹੀਂ। ਹਾਂਜੀ ਉਸ ਆਦਮੀ ਦੇ ਸ਼ਾਬਾਸ਼ ਵੇ, ਉਹਨੂੰ ਕਿਵੇਂ ਪਤਾ ਲੱਗਿਆ? ਉਹਨੇ ਕਿਹਾ ਵੀ ਇਹ 34 ਕਿੱਲੇ ਇਹ ਵਲੀ ਮੁਹੰਮਦ ਵੱਲ ਅਤਾ ਮੁਹੰਮਦ, ਇਹਦੇ ਅੱਛਾ। ਬਾਪ ਨਾਮ ਸੀ ਵਲੀ ਮੁਹੰਮਦ, ਜੀ ਜੀ ਅਸ਼ਰਫ ਦੇ ਬਾਪ ਜੀ ਨਾਮ ਜੀ ਇਹਦਾ ਦਾਦਾ ਅਤਾ ਮੁਹੰਮਦ। ਅੱਛਾ ਵਲੀ ਮੁਹੰਮਦ ਤੇ ਵੱਲ ਅਤਾ ਮੁਹੰਮਦ, ਆ ਜ਼ਮੀਨ ਉਹਨਾਂ ਦੀ 34 ਕਿੱਲੇ ਹੈ। ਤੇ ਅੱਛਾ। ਉਹਨਾਂ ਦਾ ਪਤਾ ਨਹੀਂ ਲੱਗਦਾ ਕਿੱਥੇ ਹੈ। ਜੀ ਜੀ ਉਹ ਬੰਦੇ ਨੇ ਪਤਾ ਨਹੀਂ ਕਿਵੇਂ ਤਲਾਸ਼ ਕੀਤਾ, ਕਿਵੇਂ ਟਰੇਸ ਆਊਟ ਕੀਤਾ, ਉਹ ਬੰਦਾ ਇੱਥੇ ਆਇਆ। ਅੱਛਾ ਇਹਦਾ ਪਿਓ ਜੀਦਾ ਸੀ ਵਲੀ ਹਾਂ ਹਾਂ ਅਸ਼ਰਫ ਦਾ। ਕਹਿਣ ਲੱਗਾ ਵੀ ਰੁਪਇਆ ਲਾਉਂਗਾ ਮੈਂ 4 ਲੱਖ। ਅੱਛਾ ਹਾਂ ਹੂੰ ਤੁਹਾਨੂੰ ਜ਼ਮੀਨ ਵੀ ਦਿਖਾਊਂਗਾ, ਤੁਹਾਨੂੰ ਕਬਜ਼ਾ ਵੀ ਲੈ ਕੇ ਦਊਂਗਾ। ਅੱਛਾ ਹਾਂ ਜੀ ਜੀ 4 ਲੱਖ ਨੂੰ ਦੇ ਦਿੱਤਾ ਜੀ ਪਿਓ ਨੇ। ਜੀ ਜੀ ਤੇ ਉਹ ਇਹਨੂੰ ਲੈ ਗਿਆ ਉੱਥੇ, ਆਹ ਤੁਹਾਡੀ ਜ਼ਮੀਨ ਆ 34 ਕਿੱਲੇ ਤੇ ਜੀ। ਆਹ ਇਹਨਾਂ ਦਾ ਵਾਕਿਫ ਵੀ ਸੀ ਇੱਕ, ਅੱਛਾ ਵਾਕਫ ਹਾਈ 18 ਸੀ ਯੂਸਫ। ਹਾਂਜੀ ਹਾਂਜੀ ਇਹਦਾ ਬਾਬਾ ਹੱਸ ਪੈਂਦਾ ਸੀ, ਹਾਂਜੀ, ਹਾਂਜੀ। ਕਲਰਕ ਸੀ ਨਾ ਏਸੀ ਜੀ ਦੇ। ਜੀ ਤੇ ਇਹਨਾਂ ਨੂੰ ਇਹ ਰਿਸ਼ਤੇਦਾਰ ਹੋਣਾ ਸੀ। ਹਾਂਜੀ ਹਾਂਜੀ ਆਪ ਹਾਂ। ਇਹਨਾਂ ਨੇ ਇਹਨੂੰ ਕਿਹਾ, ਅੱਛਾ ਇਹਨੇ ਉੱਥੇ ਏਸੀ ਨੂੰ ਟੈਲੀਫੋਨ ਕੀਤਾ ਅੱਛਾ। ਤੇ ਮੇਰੇ ਅਜ਼ੀਜ਼ ਆ, ਜੀ, ਜੀ। ਇਹਨਾਂ ਨੂੰ ਕਬਜ਼ਾ ਦਵਾ। ਜੀ ਜੀ ਉਹਨੇ ਕਿਹਾ ਭੇਜ ਮੇਰੇ ਕੋਲ। ਹਾਂਜੀ ਇਹ ਫਿਰ ਚਲੇ ਗਏ ਉੱਥੇ। ਅੱਛਾ ਉਹ ਏਸੀ ਨੇ ਫਟ ਕਬਜ਼ਾ ਦਵਾ ਦਿੱਤਾ 34 ਕਿੱਲੇ। ਜੀ ਜੀ 2-3 ਸਾਲ ਇਹਨਾਂ ਨੇ ਵਾਹੀ, ਫਿਰ ਠੇਕੇ ਪਰ ਦੇ ਦਿੱਤੀ, ਫਿਰ ਇਹ ਅੱਛਾ। ਵੇਚ ਕੇ ਗਿਆ ਮੈਂ, ਅੱਛਾ ਉਹ ਜ਼ਮੀਨ ਵੇਚ ਕੇ। ਅੱਛਾ ਇਹ ਬੜੀ ਅੱਛੀ ਗੱਲਬਾਤ ਹੋ ਗਈ। ਹਾਂ। ਹੁਣ ਨਵੀਂ ਨਸਲ ਨੂੰ ਕੋਈ ਪੈਗਾਮ ਇੱਦਾਂ ਦਾ ਦਿਓ, ਨਸੀਹਤ ਵਸੀਅਤ ਇੱਦਾਂ ਦੀ ਕਰ ਜੋ ਜਿਹਦੇ ਨਾਲ ਉਹਨੂੰ ਜ਼ਿੰਦਗੀ ਕਾਮਯਾਬੀ ਨਾਲ ਗੁਜ਼ਾਰੇ। ਅੱਲਾਹ ਤਾਲਾ ਫਰਮਾਉਂਦਾ ਅਲਾ ਬਿਜ਼ਿਕਰਿल्लाह ਤਤਮਇਨੁਲ ਕੁਲੂਬ। ਸੁਭਾਨ ਅੱਲਾ। ਹਾਂ ਅੱਲਾਹ ਦੇ ਜ਼ਿਕਰ ਨਾਲ ਦਿਲਾਂ ਨੂੰ ਇਤਮੀਨਾਨ ਹੁੰਦਾ। ਬੇਸ਼ੱਕ ਬੇਸ਼ੱਕ ਨਮਾਜ਼ ਰੋਜ਼ਾ ਪੜ੍ਹਨ, ਜੀ ਸੱਚ ਬੋਲਣ, ਜੀ ਜੀ ਕਿਸੇ ਨਾਲ ਧੋਖਾ ਨਾ ਕਰਨ, ਹਾਂਜੀ, ਇਮਾਨਦਾਰੀ ਖਲੂਸ ਨੀਅਤ ਨਾਲ ਕੰਮ ਜੀ ਕਰਨ। ਜੀ ਬਿਲਕੁਲ ਕਾਮਯਾਬੀ ਬਿਲਕੁਲ ਬਾਬਾ ਜੀ ਬੜਾ ਦਿਲ ਖੁਸ਼ ਹੋ ਗਿਆ ਤੁਹਾਡੇ ਨਾਲ ਮੁਲਾਕਾਤ ਕਰਕੇ। ਤੁਸੀਂ ਪਿਛਲੀਆਂ ਯਾਦਾਂ ਜਿੰਨੀਆਂ ਵੀ